ਕੀ ਲੱਗਦਾ ਕਿ ਲਿਵ ਇਨ ਵਿੱਚ ਰਹਿਣਾ ਚਾਹੀਦਾ ਹੈ ਨਹੀਂ? मैं क्या तो मेरा सिंगल हूँ। कदे तो मिंगल होंगे ना? मैं लड़की बसवाओ फिर मैं बताऊंगा जवाब। लड़की बसवाओ पहले। आप अपने फ्यूचर वन के साथ लिव इन में रहना चाहोगे या नहीं? वैसे तो नहीं है, क्योंकि गुलामी का काम हो जाता है सारा, मतलब पूरी तरह उनका खर्चा वगैरह उठाने पड़ते हैं। सिंगल लाइफ सबसे बढ़िया है। सिंगल अपनी प्रैक्टिस करो, डाइट लो, अपना रेसलिंग करो, बॉक्सिंग करो। मेरे तो यही सलाह है सभी से। ਕਿ ਲਿਵ ਇਨ ਰਿਲੇਸ਼ਨਸ਼ਿਪਸ ਨੂੰ ਤੁਸੀਂ ਕਿੱਦਾਂ ਵੇਖਦੇ ਹੋ? ਅੱਜ ਕੱਲ੍ਹ ਇੱਕ ਟ੍ਰੈਂਡ ਚੱਲਿਆ ਹੋਇਆ ਯੂਥ ਦੇ ਵਿੱਚ ਕਿ ਲਿਵ ਇਨ ਵਿੱਚ ਰਹਿਣਾ ਚਾਹੀਦਾ, ਇੱਕ ਦੂਜੇ ਨੂੰ ਸਮਝਣਾ ਚਾਹੀਦਾ। ਸਰ ਤੁਹਾਡੇ ਕੀ ਵਿਊਜ਼ ਹੈ ਉਸ ਨੂੰ ਲੈ ਕੇ? मेरे अकॉर्डिंग लिव इन रिलेशनशिप नहीं होने चाहिए। अकॉर्डिंग टू मी कि हम ज़्यादा कुछ अच्छा जान सकते हैं अपने पार्टनर के बारे में। ਪਹਿਲਾਂ ਗੱਲ ਹੋ ਰਹਿੰਦੀ ਹੈ, ਬਾਅਦ ਦੇ ਵਿੱਚ ਜਦੋਂ ਵਿਆਹ ਹੋ ਜਾਂਦਾ ਏ ਫਿਰ ਇੱਕ ਦੂਜੇ ਨਾਲ ਲੜਾਈ ਝਗੜਾ ਸਾਰਾ ਕੁਝ ਹੁੰਦਾ ਰਹਿੰਦਾ ਏ। ਪਹਿਲਾਂ ਥੋੜਾ ਮਿੱਠੀਆਂ ਗੱਲਾਂ ਕਰਨੀਆਂ, ਬਾਅਦ ਦੇ ਵਿੱਚ ਆ ਕੇ ਫਿਰ ਰੋਬ ਜਿਹਾ ਦਿਖਾਉਣ ਲੱਗ ਜਾਂਦੇ ਆ ਨਾ। ਮੈਮ ਤੁਸੀਂ ਐਗਰੀ ਕਰਦੇ ਹੋ ਸਰ ਦੀ ਗੱਲ ਨੂੰ? ਨਾ ਹੁਣ ਤੁਹਾਡੇ ਸਾਹਮਣੇ ਤਾਂ ਕਹਿਣਾ ਹੀ ਆ ਨੋ, ਪਰ ਘਰ ਜਾ ਕੇ ਪਤਾ ਲੱਗਦਾ ਨਾ ਕੀ ਆ। ਮੇਰੇ ਹਿਸਾਬ ਨਾਲ ਤਾਂ ਕਿ ਲਵ ਮੈਰਿਜ ਨਹੀਂ ਹੋਣੀ ਚਾਹੀਦੀ। ਜ਼ਮਾਨੇ ਦੇ ਹਿਸਾਬ ਨਾਲ ਤਾਂ ਲਿਵਿੰਗ ਰਿਲੇਸ਼ਨਸ਼ਿਪ ਬਹੁਤ ਬੈਨੀਫੀਸ਼ੀਅਲ ਆ। ਤੁਸੀਂ ਲਿਵ ਇਨ 'ਚ ਰਹੇ ਹੋ ਕਦੇ? ਵੀ ਗॉड ਵਨ ਲਿਵ ਇਨ ਕਪਲ। ਸਾਡੇ ਤਾਂ ਜੀ ਇਦਾਂ, ਸਾਡੇ ਤਾਂ ਮਤਲਬ ਇਹਦੇ ਖਿਲਾਫ ਹੀ ਆ ਲਿਵਿੰਗ ਰਿਲੇਸ਼ਨਸ਼ਿਪ ਦੇ, ਮਤਲਬ ਜਿੱਦਾਂ ਦੀ ਸਾਡੀ ਫੈਮਿਲੀ ਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਤੇ ਮੈਂ ਹਾਂ ਜਸਵੀਰ। ਸੋ ਅੱਜ ਅਸੀਂ ਮੌਜੂਦ ਹਾਂ ਸੁਖਨਾ ਲੇਕ ਤੇ, ਜਿੱਥੇ ਲੋਕਾਂ ਨਾਲ ਨਾ ਅੱਜ ਗੱਲਬਾਤ ਕਰਾਂਗੇ, ਥੋੜੀ ਮਸਤੀ ਕਰਾਂਗੇ, ਕਿਉਂਕਿ ਅੱਜ ਕੱਲ੍ਹ ਨਾ ਯੂਥ ਦੇ ਵਿੱਚ ਇੱਕ ਲੋਕਾਂ ਦੇ ਵਿੱਚ ਨਾ ਬੜਾ ਇੱਕ ਲਿਵ ਇਨ ਨੂੰ ਲੈ ਕੇ ਬੜਾ ਟ੍ਰੈਂਡ ਚੱਲਿਆ ਹੋਇਆ। ਲਿਵ ਇਨ ਨੂੰ ਕਈ ਲੋਕ ਸੀਰੀਅਸ ਲੈਂਦੇ ਨੇ, ਕਈ ਲੋਕ ਟਾਈਮ ਪਾਸ ਸਮਝਦੇ ਨੇ, ਕਈ ਲੋਕਾਂ ਦੇ ਘਰ ਅਲਾਓ ਕਰਦੇ ਨੇ ਤੇ ਕਈਆਂ ਦੇ ਨਹੀਂ ਕਰਦੇ ਨੇ। ਸੋ ਅੱਜ ਲੋਕਾਂ ਤੋਂ ਜਾਣਦੇ ਹਾਂ ਕਿ ਉਹਨਾਂ ਨੂੰ ਕਿੱਦਾਂ ਲੱਗਦਾ ਕਿ ਲਿਵ ਇਨ 'ਚ ਰਹਿਣਾ ਚਾਹੀਦਾ ਹੈ ਜਾਂ ਵਿਆਹ ਕਰਾ ਕੇ ਸਿੱਧਾ ਆਪਦੀ ਲਾਈਫ ਸਪੈਂਡ ਕਰਨੀ ਚਾਹੀਦੀ ਹੈ। ਸੋ ਚਲੋ ਚੱਲਦੇ ਹਾਂ। ਸੋ ਮੈਂ ਤੁਹਾਨੂੰ ਇਹ ਪੁੱਛਣਾ ਆਈ ਹਾਂ ਕਿ ਅੱਜ ਕੱਲ੍ਹ ਲਿਵ ਇਨ ਰਿਲੇਸ਼ਨਸ਼ਿਪਸ ਦਾ ਬੜਾ ਟ੍ਰੈਂਡ ਚੱਲ ਰਿਹਾ ਹੈ। ਸੋ ਵਾਟ ਆਰ ਯੋਰ ਵਿਊਜ਼ ਕਿ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਰਹਿ ਕੇ ਇੱਕ ਪਾਰਟਨਰ ਨੂੰ ਸਮਝ ਸਕਦੇ ਹੋ ਜਾਂ ਨਹੀਂ ਸਮਝ ਸਕਦੇ ਹੋ? अकॉर्डिंग टू मी लाइक अगर हम एक दूसरे के साथ रहते हैं तो हम एक दूसरे को समझ सकते हैं। अकॉर्डिंग टू मी तो यही है। अकॉर्डिंग टू मी कि हम ज़्यादा कुछ अच्छा जान सकते हैं अपने पार्टनर के बारे में, जो हम बाहर मतलब आफ्टर लिविंग जो नहीं हम रहते हैं, लिविंग में ज़्यादा हम जान सकते हैं, अपने ज़्यादा स्पेंड कर सकते हैं टाइम, क्वालिटीज़ पता कर सकते हैं, अपने नेगेटिव्स पता कर सकते हैं, तो जो बेनिफिट करेगा कि हाँ इन फ्यूचर आपको बेनिफिट करेगा एक जानने के लिए। ਪਰ ਇੱਦਾਂ ਤਾਂ ਨਹੀਂ ਲੱਗਦਾ ਕਿ ਲਿਵ ਇਨ 'ਚ ਰਹਿ ਕੇ ਥੋੜਾ ਜਿਹਾ ਉਹ ਕ੍ਰੇਜ਼ੀਨੈਸ, ਉਹ ਮੈਡਨੈਸ ਘੱਟ ਹੋ ਜਾਂਦੀ ਹੈ? नहीं, अगर अंडरस्टैंडिंग है तो नहीं लगता कि हाँ, अगर फ्यूचर का सोचा है उन्होंने, अगर कुछ होते हैं कि नहीं उनको लगता है कि कंफर्टेबल नहीं है वो, तो फिर वो तो डिपेंड्स करता है, पर्सन टू पर्सन पे डिपेंड करता है। ਹੈਲੋ ਮੈਮ, ਕਿਵੇਂ ਹੋ? मैं ठीक हूँ, आप सुनाओ। बढ़िया। ਸੋ ਅੱਜ ਮੈਂ ਪੁੱਛਣਾ ਹੈ ਕਿ ਲਿਵ ਇਨ ਰਿਲੇਸ਼ਨਸ਼ਿਪਸ ਨੂੰ ਤੁਸੀਂ ਕਿੱਦਾਂ ਵੇਖਦੇ ਹੋ? ਅੱਜ ਕੱਲ੍ਹ ਇੱਕ ਟ੍ਰੈਂਡ ਚੱਲਿਆ ਹੋਇਆ ਯੂਥ ਦੇ ਵਿੱਚ ਕਿ ਲਿਵ ਇਨ ਵਿੱਚ ਰਹਿਣਾ ਚਾਹੀਦਾ, ਇੱਕ ਦੂਜੇ ਨੂੰ ਸਮਝਣਾ ਚਾਹੀਦਾ। ਸਰ ਤੁਹਾਡੇ ਕੀ ਵਿਊਜ਼ ਹੈ ਉਸ ਨੂੰ ਲੈ ਕੇ? मेरे अकॉर्डिंग लिव इन ਰਿਲੇਸ਼ਨਸ਼ਿਪ ਨਹੀਂ ਹੋਣੇ ਚਾਹੀਦੇ, ਬਿਕੋਜ਼ ਇੰਡੀਆ ਜਿੱਥੇ ਆਪਾਂ ਰਹਿੰਦੇ ਹਾਂ, ਜਿੱਦਾਂ ਦੀ ਸਾਡੀ ਅਪਬ੍ਰਿੰਗਿੰਗ ਹੈ ਉੱਦਾਂ ਦੇ ਅਕੋਰਡਿੰਗ ਆਪਾਂ ਨੂੰ ਹੋਣਾ ਚਾਹੀਦਾ। ਬਟ ਅਕੋਰਡਿੰਗ ਟੂ ਮੀ ਨਹੀਂ, आई डोंट नो कि वट अदर्स थिंक अबाउट इट, बट आई अकॉर्डिंग टू मी नहीं होना चाहिए। ਬਟ ਅਗਰ ਇਨ ਫਿਊਚਰ ਅਗਰ ਤੁਹਾਡੇ ਬੱਚੇ ਕਹਿਣ ਕਿ ਅਸੀਂ ਲਿਵ ਇਨ ਵਿੱਚ ਰਹਿਣਾ ਹੈ ਮੰਮਾ, ਕਿ ਇਹ ਟ੍ਰੈਂਡ ਚੱਲ ਰਿਹਾ, ਸੋ ਉਹਨਾਂ ਤੁਹਾਡਾ ਫਿਰ ਕੀ ਰਿਐक्शन होगा? नहीं, अगर मेरे बच्चे मुझे ये चीज़ कहते हैं तो मैं उनके लिए भी ये कहूँगी कि नहीं, मेरे लिए तो ये चीज़ नहीं, मैं उनके लिए नहीं करती, बिल्कुल भी नहीं। ਸੋ ਇਹ ਜਿਹੜਾ ਪਰਸਪੈਕਟਿਵ ਹੈ ਕਿ ਇਹ ਗਲਤ ਹੈ, ਅਗਰ ਤੁਹਾਡੇ ਟਾਈਮ ਵਿੱਚ ਅਗਰ ਆਪਾਂ ਕਹੀਏ ਤੁਹਾਡੀ ਵਿਆਹ ਹੋਇਆ ਹੈ ਜੋ ਵੀ ਹੈ, ਬਟ ਅਗਰ ਉਸ ਟਾਈਮ ਤੁਹਾਨੂੰ ਮੌਕਾ ਮਿਲਿਆ ਹੋਵੇ ਕਿ ਲਿਵ ਇਨ ਵਿੱਚ ਰਹਿ ਕੇ ਇੱਕ ਟਰਾਇਲ ਲੈਣਾ ਚਾਹੀਦਾ, ਤਾਂ ਤੁਸੀਂ ਉਸ ਚੀਜ਼ ਨੂੰ ਹਾਂ ਕਹਿੰਦੇ ਜਾਂ ਨਾ ਕਹਿੰਦੇ? नहीं, नो, नहीं, बिल्कुल भी नहीं। ਸੋ ਸਾਡੇ ਨਾਲ ਇੱਕ ਹੋਰ ਹੈ, ਸੋ ਤੁਹਾਡੇ ਕੀ ਵਿਊਜ਼ ਹੈ ਮੈਮ? मेरे भी यही है कि नहीं होना चाहिए। ਈਵਨ ਆਪਾਂ ਕੀ ਇਹ ਕਹਿ ਸਕਦੇ ਹਾਂ ਕਿ ਜਿਹੜੀ ਉਹ ਮੈਡਨੈਸ ਹੁੰਦੀ, ਕ੍ਰੇਜ਼ੀਨੈਸ ਹੁੰਦੀ ਹੈ, ਜਿਹੜੇ ਉਹ ਵਿਆਹ ਤੋਂ ਬਾਅਦ ਚਾਹ ਹੁੰਦੇ ਬੰਦੇ ਦੇ, ਉਹ ਵੀ ਕਿਤੇ ਨਾ ਕਿਤੇ ਮਰ ਜਾਂਦੇ ਆ। हाँ जी बिल्कुल, ये बात सच है। हाँ जी, ऐसा होता है। हाँ जी। ओके, सो आजकल ना एक लिव इन रिलेशनशिप का बहुत ज़्यादा ट्रेंड चल रहा है। सो व्हाट आर योर व्यूज़? आप अपने फ्यूचर वन के साथ लिव इन में रहना चाहोगे या नहीं? आपके क्या व्यूज़? नहीं चाहिए। बट क्यों? इट्स अ ट्रेंड। अगर ट्रेंड के अकॉर्डिंग सब लोग चलते हैं, यूथ आजकल है ना, इन्ने किया तो मैं भी करा, तो उस दसो कि क्यों? हमारे माता पिता को पता चलेगा, फिर अच्छी बात नहीं है।
ਅਗਰ ਤੁਹਾਡੀ ਪਰਸਨਲ ਚੋਇਸ ਹੋ ਕਿ ਅਗਰ ਫੈਮਿਲੀ ਨਾ ਹੋ ਐਂਡ ਫੈਮਿਲੀ ਨੂੰ ਇੱਕ ਪਾਸੇ ਛੱਡ ਕੇ ਅਗਰ ਤੁਹਾਡੀ ਪਰਸਨਲ ਚੋਇਸ ਹੋ ਕਿ ਤੁਹਾਨੂੰ ਲੱਗਦਾ ਹੈ ਕਿ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਰਹਿਣਾ ਚਾਹੀਦਾ ਜਾਂ ਨਹੀਂ ਰਹਿਣਾ ਚਾਹੀਦਾ, ਨਹੀਂ ਮੇਰੇ ਕੋਲ ਸਾਈਡ ਇਫੈਕਟਸ ਦੱਸੋ, ਅਗਰ ਨਹੀਂ ਹੈ ਤਾਂ ਰੀਜ਼ਨ ਦੱਸੋ ਕਿ ਕਿਉਂ ਨਹੀਂ ਲੱਗਦਾ ਤੁਹਾਨੂੰ। और अपने अपने व्यू है, नहीं लगता शादी कर लो इससे बढ़िया, इससे पहले नहीं अच्छा लगता है, ऐसे इमेज भी खराब होएगी रहने वालों के साथ, बस यही है व्यू तो हमारे। ਕੀ ਲੱਗਦਾ ਕਿ ਲਿਵ ਇਨ ਵਿੱਚ ਰਹਿਣਾ ਚਾਹੀਦਾ ਹੈ ਨਹੀਂ? मैं गया तो मेरा सिंगल हूँ। मेरा सिंगल हूँ। ਕਦੇ ਤਾਂ ਮਿੰਗਲ ਹੋਣਗੇ ਨਾ। पहले लड़की बसवाओ फिर मैं बताऊँगा जवाब। हाँ लड़की फंसवाओ पहले। ਹਾਂਜੀ लड़की बसवाओ पहले फिर मैं बताऊँगा। ਓਕੇ ਇਨ ਫਿਊਚਰ ਚਲੋ ਮੰਨ ਗਏ ਤੁਹਾਡੇ ਕੋਲ ਕੁੜੀ ਆ ਗਈ, ਠੀਕ ਹੈ, ਇਨ ਫਿਊਚਰ ਘਰਦਿਆਂ ਨੂੰ ਮਨਾ ਕੇ ਲਿਵ ਇਨ ਦੇ ਵਿੱਚ ਰਹਿਣਾ, ਮਤਲਬ ਘਰਦਿਆਂ ਨੂੰ ਮਨਾ ਕੇ ਮੈਰਿਜ ਕਰਨਾ ਚਾਹੋਗੇ, ਲਿਵ ਇਨ ਵਿੱਚ ਟਰਾਇਲ ਲੈਣਾ ਚਾਹੋਗੇ? मैं तो रहना चाहूँगा जी, अगर अच्छे से बिहेव वगैरह करेगी तो मैं तो इससे शादी करके रहना चाहूँगा। ਸੋ ਲਿਵ ਇਨ ਜਾਂ ਸ਼ਾਦੀ? शादी। ਮੀਨਸ ਤੁਸੀਂ ਲਿਵ ਇਨ ਨੂੰ ਸਪੋਰਟ नहीं करते, ट्रेंड ਨੂੰ सपोर्ट नहीं करते? लड़की क्या बता हमारे सामने क्या शादी के बाद इसका बिहेव वगैरह चेंज हो जाए, इस करके शादी सही है ऑप्शन। ਓਕੇ ਸੋ ਮੇਰੇ ਨਾਲ ਦੋ ਕਪਲ ਮੌਜੂਦ ਹੈ, ਹੁਣ ਇਹਨਾਂ ਤੋਂ ਪੁੱਛ ਲੈਂਦੇ ਹਾਂ ਕਿ ਲਿਵ ਇਨ ਰਿਲੇਸ਼ਨਸ਼ਿਪ ਨੂੰ ਲੈ ਕੇ ਇਹਨਾਂ ਦੇ ਕੀ ਵਿਊਜ਼ ਹੈ। ਇਹ ਹੁਣ ਨਵਾਂ ਵਿਆਹ ਹੋਇਆ ਤੁਹਾਡਾ, ਸੋ ਤੁਹਾਨੂੰ ਕੀ ਲੱਗਦਾ ਲਿਵ ਇਨ ਰਿਲੇਸ਼ਨਸ਼ਿਪ ਵਧੀਆ ਹੁੰਦਾ ਹੈ ਜਾਂ ਨਹੀਂ, ਇੱਕ ਸਿੱਧਾ ਹੀ ਵਿਆਹ ਕਰਵਾਉਣਾ ਚਾਹੀਦਾ ਹੈ? ਮੈਮ ਜ਼ਮਾਨੇ ਦੇ ਹਿਸਾਬ ਨਾਲ ਤਾਂ ਲਿਵਿੰਗ ਰਿਲੇਸ਼ਨਸ਼ਿਪ ਬਹੁਤ ਬੈਨੀਫੀਸ਼ੀਅਲ ਆ, ਕਿਉਂਕਿ ਮੁੰਡਾ ਕੁੜੀ ਇੱਕ ਦੂਜੇ ਨੂੰ ਵਿਆਹ ਤੋਂ ਪਹਿਲਾਂ ਜਾਣ ਲੈਂਦੇ ਕੀ ਉਹਨਾਂ ਦੀਆਂ ਚੋਇਸਸ ਹੁੰਦੀਆਂ ਹਨਾ। ਤੇ ਬਾਕੀ ਅੱਜ ਦੇ ਟਾਈਮ 'ਚ ਮੈਨੂੰ ਤਾਂ ਨਹੀਂ ਲੱਗਦਾ ਵੀ ਸਿੱਧਾ ਵਿਆਹ ਕਰਾ ਲੈਣਾ ਚਾਹੀਦਾ, ਕਿਉਂਕਿ ਅਲੱਗ-ਅਲੱਗ ਡਿਮਾਂਡ ਹੁੰਦੀਆਂ ਹਰੇਕ ਦੀਆਂ, ਤਾਂ ਲਿਵਿੰਗ ਰਿਲੇਸ਼ਨਸ਼ਿਪ ਗੁੱਡ ਆ ਰੈਦਰ ਦੈਨ ਅਰੇਂਜ ਮੈਰਿਜ ਨਾਲੋਂ। ਮੈਮ ਤੁਹਾਡੇ ਕੀ ਵਿਊਜ਼ ਹੈ? सेम या ਸੋ ਕਿੰਨਾ ਟਾਈਮ ਹੋਇਆ ਤੁਹਾਡੇ ਵਿਆਹ ਨੂੰ? अबाउट 1 ईयर। 1 ਈਅਰ। ਸੋ ਇਸ 1 ਸਾਲ ਤੋਂ ਪਹਿਲਾਂ ਅਗਰ ਤੁਹਾਨੂੰ ਤੁਸੀਂ ਲਿਵ ਇਨ 'ਚ ਰਹੇ ਹੋ ਕਦੇ? ਹਾਂਜੀ ਮੈਮ। ਓਕੇ, ਤਾਂ ਹੀ ਉਹ ਵੀ ਗੋਡ ਵਨ ਲਿਵ ਇਨ ਕਪਲ। ਓਕੇ, ਸੋ ਮਾਂ ਪਿਓ ਮੰਨ ਗਏ ਸੀ ਜਦੋਂ ਲਿਵ ਇਨ ਦਾ ਤੁਸੀਂ ਕਿਹਾ? ਐਕਚੁਅਲੀ ਮੈਮ ਮਤਲਬ ਸਾਡਾ ਰਿਲੇਸ਼ਨ ਹੀ ਇੱਦਾਂ ਦਾ ਸੀਗਾ, ਕੁਝ ਕੁ ਰਿਸ਼ਤੇਦਾਰ ਸੀਗੇ ਵਿੱਚ, ਤਾਂ ਕਰਕੇ ਥੋੜਾ ਜਿਹਾ ਈਜ਼ੀ ਹੋ ਗਿਆ ਸਾਨੂੰ। ਇਹ ਵੈਸੇ ਨਾ ਇਦਾਂ ਦਾ ਹੁੰਦਾ ਨਾ, ਕੁੜੀ ਦੇ ਘਰ ਪਤਾ ਲੱਗ ਜਾਣਾ ਤਾਂ ਪੰਜਾਬੀਆਂ ਦੇ ਖਾਸ ਕਰ ਹੁੰਦਾ ਕਿ ਆ ਪੂਰਾ ਕਲੇਸ਼ ਕਲੂਸ਼ ਪੈ ਜਾਂਦਾ ਹੈ, ਪੂਰਾ ਡਰਾਮਾ। हैगी तो लव मैरिज है पर बना के अरेंज की थी। ਓ ਨਾਈਸ। ਇੱਕ ਥੋੜਾ ਜਿਹਾ ਹੋਰ ਫਰਕ ਸੀਗਾ, ਇਹ ਥੋੜੇ ਸ਼ਹਿਰ ਤੋਂ ਆ, ਮੈਂ ਪਿੰਡ ਤੋਂ ਬਿਲੋਂਗ ਕਰਦਾਗਾ। ਓਕੇ, ਹਾਂਜੀ। ਸੋ ਵੀ ਬਹੁਤ ਫਰਕ ਪੈਂਦਾ ਇੱਕ ਜਦੋਂ ਏਰੀਆ ਦਾ ਹੋ ਜਾਂਦਾ ਹੈ ਨਾ। ਔਖਾ ਸੀ ਐਡਜਸਟ ਕਰਨਾ ਪਿੰਡ ਦੇ ਵਿੱਚ, ਬਟ ਇਹਨਾਂ ਨੇ ਕਰ ਲਿਆ। ਗੁੱਡ, ਬਹੁਤ ਵਧੀਆ ਨਾ, ਹੁਣ ਜੋੜੀ ਜੰਮ ਗਈ ਪੂਰੀ। ਸੋ ਸਰ ਤੁਹਾਡੇ ਤੋਂ ਸਵਾਲ ਹੈ, ਲਿਵ ਇਨ ਦੇ ਵਿੱਚ ਨਾ ਇੱਕ ਹੁੰਦਾ ਹੈ ਕਿ ਵਿਆਹ ਤੋਂ ਬਾਅਦ ਨਾ ਅਗਰ ਲਿਵ ਇਨ ਵਿੱਚ ਰਹਿ ਲੇ ਬੰਦਾ ਤਾਂ ਉਹ ਕ੍ਰੇਜ਼ੀਨੈਸ, ਉਹ ਮੈਡਨੈਸ ਪਿਆਰ ਨੂੰ ਲੈ ਕੇ ਨਾ ਕਿਤੇ ਥੋੜੀ ਬੋਰਿੰਗ ਹੋ ਜਾਂਦੀ ਹੈ ਜਾਂ ਕਹਿ ਲਓ ਘੱਟ ਹੋ ਜਾਂਦੀ ਹੈ। ਤੁਹਾਡੇ ਕੀ ਵਿਊਜ਼ ਹੈ ਇਸ ਨੂੰ ਲੈ ਕੇ? ਹਾਂਜੀ ਸਹੀ ਗੱਲ ਆ, ਜਮਾਂ ਘੱਟ ਹੋ ਜਾਂਦੀ ਹੈ। ਪਹਿਲਾਂ ਗੱਲ ਹੋ ਰਹਿੰਦੀ ਹੈ, ਬਾਅਦ ਦੇ ਵਿੱਚ ਜਦੋਂ ਵਿਆਹ ਹੋ ਜਾਂਦਾ ਏ ਫਿਰ ਇੱਕ ਦੂਜੇ ਨਾਲ ਲੜਾਈ ਝਗੜਾ ਸਾਰਾ ਕੁਝ ਹੁੰਦਾ ਰਹਿੰਦਾ ਏ। ਪਹਿਲਾਂ ਥੋੜਾ ਮਿੱਠੀਆਂ ਗੱਲਾਂ ਕਰਨੀਆਂ, ਬਾਅਦ ਦੇ ਵਿੱਚ ਆ ਕੇ ਫਿਰ ਰੋਬ ਜਿਹਾ ਦਿਖਾਉਣ ਲੱਗ ਜਾਂਦੇ ਆ ਨਾ। ਮੈਮ ਤੁਸੀਂ ਐਗਰੀ ਕਰਦੇ ਹੋ ਸਰ ਦੀ ਗੱਲ ਨੂੰ? ਨਾ ਹੁਣ ਤੁਹਾਡੇ ਸਾਹਮਣੇ ਤਾਂ ਕਹਿਣਾ ਹੀ ਆ ਨੋ, ਪਰ ਘਰ ਜਾ ਕੇ ਪਤਾ ਲੱਗਦਾ ਨਾ ਕੀ ਆ। ਓਕੇ, ਸੋ ਤੁਹਾਡੇ ਵਿਆਹ ਨੂੰ ਕਿੰਨਾ ਟਾਈਮ ਹੋਇਆ? 8 months। 8 ਮੰਥਸ। ਸੋ ਅਗਰ ਇਹਨਾਂ 8 ਮਹੀਨਿਆਂ ਤੋਂ ਪਹਿਲਾਂ ਤੁਹਾਨੂੰ ਮੌਕਾ ਮਿਲਦਾ ਲਿਵ ਇਨ ਦੇ ਵਿੱਚ ਰਹਿਣ ਦਾ, ਤੁਸੀਂ ਰਹਿੰਦੇ? ਹਾਂਜੀ ਜ਼ਰੂਰ, ਇਹਦੇ ਨਾਲ ਪਤਾ ਲੱਗ ਜਾਂਦਾ, ਇੱਕ ਦੂਜੇ ਦੀ ਚੁਆਇਸ ਪਤਾ ਲੱਗ ਜਾਂਦੀ ਹੈ, ਮਿਲ ਕੇ ਰਹਿਣ ਦਾ ਪਤਾ ਲੱਗ ਜਾਂਦਾ ਹੈ, ਪਿਆਰ ਜ਼ਿਆਦਾ ਹੋ ਜਾਂਦਾ ਹੈ। ਹੁਣ ਥੋੜਾ ਜਿਹਾ ਔਖਾ ਹੋ ਜਾਂਦਾ ਨਾ, ਇਦਾਂ ਡਰ ਲੈ ਜਾਂਦਾ ਹੈ ਨਾ, ਜਿਹੜਾ ਡਰ ਆ ਨਾ ਉਹ ਬੰਦੇ ਦਾ ਲੈ ਜਾਂਦਾ ਹੈ ਸਾਹਮਣੇ। ਸੋ ਮੈਮ ਤੁਹਾਡੇ ਕੀ ਵਿਊਜ਼ ਹੈ ਲਿਵ ਇਨ ਨੂੰ ਲੈ ਕੇ? ਮੇਰੇ ਹਿਸਾਬ ਨਾਲ ਤਾਂ ਕਿ ਲਵ ਮੈਰਿਜ ਨਹੀਂ ਹੋਣੀ ਚਾਹੀਦੀ, ਅਰੇਂਜ ਮੈਰਿਜ ਹੋਣੀ ਚਾਹੀਦੀ ਆ, ਕਿਉਂਕਿ ਲਵ ਮੈਰਿਜ ਤੋਂ ਪਹਿਲਾਂ ਪਿਆਰ ਹੁੰਦਾ ਏ, ਬਾਅਦ ਚੋਂ ਘਟ ਜਾਂਦਾ ਏ, ਕਿਉਂਕਿ ਪਹਿਲਾਂ ਸਾਰਾ ਪਤਾ ਹੁੰਦਾ ਏ, ਚੁਆਇਸ ਦਾ ਸਾਰੀ ਕਸ ਦੀ ਜਾਣ ਪਛਾਣ ਹੁੰਦੀ ਆ, ਪਰ ਜਦੋਂ ਵਿਆਹ ਹੋ ਜਾਂਦਾ ਏ, ਅਰੇਂਜ ਮੈਰਿਜ ਹੁੰਦੀ ਆ, ਉਦੋਂ ਉਹਨੂੰ ਵਿਆਹ ਤੋਂ ਬਾਹਰ ਸਮਝਿਆ ਜਾਂਦਾ ਏ। ਤਾਂ ਮੇਰੇ ਹਿਸਾਬ ਨਾਲ ਲਵ ਮੈਰਿਜ ਨਹੀਂ ਹੋਣੀ ਚਾਹੀਦੀ। ਪਰ ਕਿਤੇ ਨਾ ਕਿਤੇ ਇਹ ਵੀ ਤਾਂ ਹੁੰਦਾ ਨਾ ਕਿ ਅਰੇਂਜ ਮੈਰਿਜ ਵਿੱਚ ਇੱਕ ਮਤਲਬ ਹੁੰਦਾ ਨਾ ਨਵਾਂ ਬੰਦਾ ਹੁੰਦਾ ਹੈ, ਤੁਸੀਂ ਆਪਦੀ ਲਾਈਫ ਬਿਤਾਣੀ ਹੁੰਦੀ ਹੈ, ਤੁਹਾਨੂੰ ਇੱਕ ਸਾਲ ਸਮਝਣ ਦੇ ਲੱਗ ਜਾਂਦੇ, ਤੇ ਲਵ ਮੈਰਿਜ ਕਿਤੇ ਨਾ ਕਿਤੇ ਇਹ ਚੀਜ਼ ਇੱਕ ਐਡਵਾਂਟੇਜ ਹੁੰਦੀ ਹੈ ਕਿ ਤੁਸੀਂ ਉਸ ਬੰਦੇ ਨੂੰ ਜਾਣਦੇ ਹੁੰਦੇ ਹੋ। ਹਾਂਜੀ ਉਹ ਵੀ ਵਧੀਆ ਹੈ ਨਾ, ਜੇ ਪਾਰਟਨਰ ਅੱਗੇ ਵਾਲਾ ਵਧੀਆ ਮਿਲ ਜੇ ਤਾਂ ਉਹ ਬਹੁਤ ਜ਼ਿਆਦਾ ਵਧੀਆ ਗੱਲ ਹੈ। ਤੇ ਅਰੇਂਜ ਮੈਰਿਜ 'ਚ ਇਹਦਾ ਔਖਾ ਵੀ ਹੋ ਜਾਂਦਾ ਹੈ, ਕਦੇ ਨਿਭਦੀ ਵੀ ਨਹੀਂ ਆ, ਅੱਗੇ ਵਾਲਾ ਥੋੜਾ ਚੰਗਾ ਨਹੀਂ ਮਿਲਦਾ ਨਾ। ਹਾਂਜੀ, ਸੋ ਇੱਕ ਨਵਾਂ ਵਿਆਹਿਆ ਜੋੜਾ ਮਿਲਿਆ ਸਾਨੂੰ। ਹੈਲੋ ਮੈਮ, ਕਿਵੇਂ ਹੋ? बढ़िया। ਓਕੇ, ਸੋ ਅੱਜ ਕੱਲ੍ਹ ਇੱਕ ਨਾ ਜਿਹੜਾ ਟ੍ਰੈਂਡ ਚੱਲਿਆ ਹੋਇਆ ਲਿਵ ਇਨ ਰਿਲੇਸ਼ਨਸ਼ਿਪ ਨੂੰ ਲੈ ਕੇ, ਸੋ
ਤੁਹਾਡੇ ਕੀ ਵਿਊਜ਼ ਹੈ ਉਸ ਨੂੰ ਲੈ ਕੇ? I think it's okay, if you want to have it, because it depends on your feelings. If you feel it's okay, if your family is fine with it, then I think it's okay. If you can understand another person how he is or she is before getting married or something, I think that's fine. From my point of view, that's fine. ਬਟ ਅਗਰ ਅੱਜ ਕੱਲ੍ਹ ਦੇ ਯੂਥ ਦੀ ਗੱਲ ਕਰੀਏ ਤਾਂ ਤੁਹਾਨੂੰ ਨਹੀਂ ਲੱਗਦਾ ਕਈ ਇੱਕ ਤਾਂ ਹੋ ਗਿਆ ਲਿਵ ਇਨ, ਲਾਈਕ ਇੱਕ ਹੁੰਦਾ ਨਾ ਟਰਾਇਲ, ਕਿ ਤੁਹਾਡੇ ਪਾਰਟਨਰ ਤੁਸੀਂ ਸਮਝ ਸਕਦੇ ਹੋ, ਬਟ ਕਈ ਲੋਕ ਇਸ ਚੀਜ਼ ਨੂੰ ਐਜ਼ ਅ ਟਾਈਮ ਪਾਸ ਵੀ ਯੂਜ਼ ਕਰਦੇ ਆ ਕਿ ਹਾਂ ਇਟਸ ਓਕੇ, ਕੋਈ ਗੱਲ ਨਹੀਂ, ਹੋਇਆ ਤਾਂ ਠੀਕ ਹੈ, ਨਹੀਂ ਹੋਇਆ ਤਾਂ ਠੀਕ ਹੈ। ਸੋ ਉਸ ਚੀਜ਼ ਨੂੰ ਕਿੱਦਾਂ ਦੇਖਦੇ ਹੋ? No, I think time pass is wrong, because if you are kind of spending time with somebody, you have to devote with it. You can't just use somebody. That's not the right thing. I think good thing is that if you are getting married to somebody and you want to live before that, that's fine, but not to use for time pass. That's the worst thing anybody can do to anybody. ਓਕੇ, ਸੋ ਤੁਹਾਡਾ ਹੁਣੇ ਵਿਆਹ ਹੋਇਆ, ਅਗਰ ਮੈਂ ਪੁੱਛ ਸਕਦੀ ਹਾਂ ਪਲੀਜ਼ ਕਿ ਤੁਸੀਂ ਅਗਰ ਕਿਤੇ ਲਿਵ ਇਨ 'ਚ ਰਹੇ ਹੋ? ਐਮ ਅਰੇਂਜ ਮੈਰਿਜ। ਸੋ ਅਗਰ ਤੁਹਾਨੂੰ ਦੋਵਾਂ ਨੂੰ ਮੌਕਾ ਮਿਲਦਾ ਕਿ ਤੁਸੀਂ ਵਿਆਹ ਤੋਂ ਪਹਿਲਾਂ ਲਿਵ ਇਨ ਦੇ ਵਿੱਚ ਰਹਿਣਾ ਹੈ, ਸੋ ਤੁਹਾਡੇ ਲਈ ਹਾਂ ਹੁੰਦੀ ਜਾਂ ਨਾ ਹੁੰਦੀ? For me, I think I will be fine. I could have been fine, ਮੈਮ ਯੂ? हाँ जस्ट पता है मैरिज होनी है फिर तो रहना ठीक है, जे पता है नहीं होनी तो फिर नो। ਓਕੇ, ਸੋ ਇੱਕ ਹੋਰ ਨਵਾਂ ਵਿਆਹ ਜੋੜਾ ਸਾਨੂੰ ਮਿਲਿਆ ਹੈ। ਸੋ ਕਿੰਨਾ ਟਾਈਮ ਹੋ ਗਿਆ ਤੁਹਾਡੇ ਵਿਆਹ ਨੂੰ? ਮੈਂ 1 year ਹੋਣ ਵਾਲਾ। ਹਾਂਜੀ, ਜਨਵਰੀ। ਓਕੇ, ਸੋ ਇੱਕ ਜਿਹੜਾ ਅੱਜ ਕੱਲ੍ਹ ਬੜਾ ਟ੍ਰੈਂਡ ਚੱਲ ਰਿਹਾ ਦੈਟ ਇਜ਼ ਲਿਵ ਇਨ ਰਿਲੇਸ਼ਨਸ਼ਿਪ। ਲਿਵ ਇਨ ਰਿਲੇਸ਼ਨਸ਼ਿਪ ਨੂੰ ਕਈ ਲੋਕ ਟਾਈਮ ਪਾਸ ਮੰਨਦੇ ਨੇ, ਕਈ ਸੀਰੀਅਸ ਵੀ ਲੈਂਦੇ ਨੇ। ਸੋ ਤੁਹਾਡੇ ਕੀ ਵਿਊਜ਼ ਹੈ ਲਿਵ ਇਨ ਰਿਲੇਸ਼ਨਸ਼ਿਪ ਨੂੰ ਲੈ ਕੇ? ਸੋ ਮੈਮ ਸਾਡੇ ਤਾਂ ਜੀ ਇਦਾਂ, ਸਾਡੇ ਤਾਂ ਮਤਲਬ ਇਹਦੇ ਖਿਲਾਫ ਹੀ ਆ ਲਿਵਿੰਗ ਇਨ ਰਿਲੇਸ਼ਨਸ਼ਿਪ ਦੇ। ਮਤਲਬ ਜਿੱਦਾਂ ਦੀ ਸਾਡੀ ਫੈਮਿਲੀ ਆ, ਅਸੀਂ ਰਿਲੇਸ਼ਨ 'ਚ ਆਏ ਸੀਗੇ, ਸਾਡੀ ਲਵ ਮੈਰਿਜ ਹੀ ਆ, ਬਟ ਅਸੀਂ ਫੈਮਿਲੀ ਨੂੰ ਦੱਸਿਆ, ਘਰ ਦੇ ਮਨਾਏ, ਫਿਰ ਮੈਰਿਜ ਕਰਾਈ। ਹਾਂਜੀ, ਮਤਲਬ ਮੈਂ ਵੀ ਲਿਵ ਇਨ ਰਿਲੇਸ਼ਨਸ਼ਿਪ ਦੇ ਅਗੇਂਸਟ ਆ ਥੋੜਾ, ਮਤਲਬ ਅਗੇਂਸਟ ਨਹੀਂ, ਮਤਲਬ ਨਾਰਮਲੀ ਮੇਰੀ ਥਿੰਕਿੰਗ ਇਹ ਆ ਵੀ ਯਾਰ ਲਿਵਿੰਗ 'ਚ ਕਿਆ ਰਹਿਣਾ, ਤੁਸੀਂ ਨਾਰਮਲੀ ਵਿਆਹ ਕਰਵਾਓ ਔਰ ਰਹਿ ਲਓ। ਹਾਂਜੀ, ਕਿਉਂਕਿ ਇੱਦਾਂ ਕਿਸੇ ਹੱਦ ਤੱਕ ਠੀਕ ਵੀ ਆ, ਮਤਲਬ ਆਪਣੀ ਥਿੰਕਿੰਗ ਆ। ਹਾਂਜੀ, ਕਿਉਂਕਿ ਬਾਕੀ ਨਾ ਅੰਦਰੋਂ ਨਹੀਂ ਕਿਸੇ ਦਾ ਪਤਾ ਹੁੰਦਾ, ਹੁਣ ਕੋਈ ਕਿੱਦਾਂ ਦਾ, ਹੁਣ ਜਿਵੇਂ ਮੈਨੂੰ ਮੇਰਾ ਪਾਰਟਨਰ ਵਧੀਆ ਮਿਲ ਗਿਆ, ਹੁਣ ਕੀ ਪਤਾ ਕੋਈ ਹੋਰ ਹੁੰਦਾ ਕਿੱਦਾਂ ਦਾ ਹੁੰਦਾ ਜਾਂ ਹਾਂਜੀ, ਉਸ ਹਿਸਾਬ ਨਾਲ ਬਾਕੀ। ਬਟ ਆਪਾਂ ਇਹ ਵੀ ਕਹਿ ਸਕਦੇ ਹਾਂ ਨਾ ਕਿ ਜਦੋਂ ਲਿਵ ਇਨ 'ਚ ਆਉਂਦਾ ਨਾ ਬੰਦਾ, ਕਈਆਂ ਦੇ ਥਾਟਸ ਇਹ ਹੁੰਦੇ ਆ ਕਿ ਅੱਛੀ ਤਰੀਕੇ ਅਗਰ ਲਵ ਮੈਰਿਜ ਕਿਸੇ ਨੇ ਕਰਾਣੀ ਹੈ ਤਾਂ ਚੰਗੀ ਤਰ੍ਹਾਂ ਸਮਝਣ ਲਈ ਪਾਰਟਨਰ ਨੂੰ ਮਿਲ ਜਾਂਦਾ ਹੈ। ਹਾਂਜੀ, ਇਹ ਤਾਂ ਹੈ। ਬਾਕੀ ਆਪਣੀ ਥਿੰਕਿੰਗ ਦੇ ਹੁੰਦਾ ਵੀ ਕਿੱਦਾਂ ਦੇ। ਬਾਕੀ ਮੈਨੂੰ ਇਦਾਂ ਸੀ ਕਿ ਮੈਂ ਆਪਣੀ ਫੈਮਿਲੀ ਦੇ ਅਗੇਂਸਟ ਨਹੀਂ ਜਾਣਾ ਹੈਗਾ, ਤੇ ਮੇਰੀ ਫੈਮਿਲੀ ਲਿਵਿੰਗ 'ਚ ਤਾਂ ਬਿਲਕੁਲ ਨਹੀਂ ਇਹਦੇ ਫੇਵਰ 'ਚ ਹੈਗੀ, ਤੇ ਇਸ ਲਈ ਅਸੀਂ ਬਸ ਲਿਵਿੰਗ 'ਚ ਤਾਂ ਕਦੇ ਨਹੀਂ ਰਹੇ ਹੈਗੇ, ਬਸ ਨਾਰਮਲੀ ਲਵ ਮੈਰਿਜ ਹੋਏ, ਘਰਦਿਆਂ ਨੂੰ ਦੱਸਿਆ ਤੇ ਵਿਆਹ ਹੋ ਗਿਆ। ਹਾਂਜੀ, ਸੋ ਲਵ ਮੈਰਿਜ ਹੋਈ ਹੈ ਦੋਵਾਂ ਦੀ, ਬਟ ਅਗਰ ਤੁਹਾਨੂੰ ਮੌਕਾ ਮਿਲਦਾ ਲਿਵ ਇਨ 'ਚ ਰਹਿਣ ਦਾ, ਸੋ ਰਹਿੰਦੇ ਜਾਂ ਨਹੀਂ? ਨਹੀਂ, ਬਿਲਕੁਲ ਨਹੀਂ। ਓਕੇ, ਸੋ ਅੱਜ ਕੱਲ੍ਹ ਲਿਵ ਇਨ ਬਹੁਤ ਜ਼ਿਆਦਾ ਟ੍ਰੈਂਡ ਕਰ ਰਿਹਾ, ਹਰ ਕੋਈ ਲਿਵ ਇਨ 'ਚ ਰਹਿ ਰਿਹਾ, ਬਟ ਕਈ ਲੋਕ ਇਸ ਚੀਜ਼ ਨੂੰ ਐਜ਼ ਅ ਟਾਈਮ ਪਾਸ ਲੈਂਦੇ ਨੇ, ਕਈ ਥੋੜਾ ਸੀਰੀਅਸ भी हो जाते हैं। बट व्हाट आर योर व्यूज? एक बार तो हरियाणवी में बोल सकता हूँ आपको। मेरे को थोड़ी पंजाबी कम आती है। कोई बात नहीं। अच्छा भी है और नहीं भी अच्छा है। वैसे तो नहीं है, क्योंकि गुलामी का काम हो जाता है सारा। क्योंकि लिविंग इन रिलेशनशिप में क्या है कि मतलब एक तरफा गुलामी हो जाती है। मतलब पूरी तरह उनके खर्चा वगैरह उठाने पड़ते हैं, सारे ढाल का सिस्टम उठना पड़ता है, उनको खाना पीना संभालना। अपने मतलब सिंगल लाइफ सबसे बढ़िया है। सिंगल अपनी प्रैक्टिस करो, डाइट लो, अपने रेसलिंग करो, बॉक्सिंग करो। मेरे तो यही सलाह है सभी से, भाई अपना खाना पीना अच्छा तरह रखो, मतलब जंक फूड मत खाओ। अपने सिंगल लाइफ सबसे बढ़िया है, क्योंकि भाई बस थोड़ा हाँ भाई तना ही बेरा हमने तो। ਓਕੇ, ਸੋ ਸਾਨੂੰ ਇੱਕ ਲਿਵ ਇਨ ਤੇ ਮੈਰਿਜ ਦੇ ਅਗੇਂਸਟ ਵਾਲਾ ਬੰਦਾ ਵੀ ਮਿਲਿਆ, ਵਿੱਚ ਜਿਮ ਫਰੀਕ। ਉਹਨਾਂ ਦਾ ਮੰਨਣਾ ਹੈ ਕਿ ਸਿੰਗਲ नहीं रहना, सिंगल रहना है, ना लिव इन ना मैरिज, राइट? बस सिंगल रहने में ज़्यादा बेनिफिट है, डिसएडवांटेज भी हैं और एडवांटेज भी हैं। डिसएडवांटेज ये हैं भाई बस थोड़ा हाँ टाइम पास के लिए, भाई कोई मतलब बातें करने के लिए या फिर अपनी मन की बात जो शेयर करने के लिए कोई तो है। और भाई सिंगल में क्या है, भाई अपने बातें शेयर नहीं कर पाते किसी से, बस अपने माँ बाप ही फ्रेंड रखो। मेरी तो यही सलाह है सभी से, क्योंकि ये लिविंग रिलेशनशिप में कोई भी धोखा दे सकता है, बस धोखाधड़ी से बचो, बस यही है। ਬਟ ਇਹ ਚੀਜ਼ ਤਾਂ ਵਿਆਹ ਵਿੱਚ ਵੀ ਹੁੰਦੀ ਹੈ। ਤੁਸੀਂ ਕਿਹਾ ਲਿਵ ਇਨ 'ਚ ਗੁਲਾਮੀ ਹੁੰਦੀ ਹੈ, ਫਿਰ ਤਾਂ ਉਹ ਇੱਕ ਤਰਫਾ ਵਾਲੀ ਤੇ ਗੁਲਾਮੀ ਰਿਸਪੌਂਸਿਬਿਲਟੀਜ਼ ਤਾਂ ਵਿਆਹ ਵਿੱਚ ਵੀ ਚੱਕਣੀਆਂ ਪੈਂਦੀਆਂ ਹੈ ਨਾ। वो तो सबकी अलग अलग थिंकिंग हो जाती है। हमारी थिंकिंग अलग है भाई, हम तो शादी नहीं करेंगे, गुलामी नहीं जिएंगे किसी की भी।
ਸੋ ਇਹ ਸੀ ਲੋਕਾਂ ਦੇ ਵਿਊਜ਼ ਲਿਵ ਇਨ ਰਿਲੇਸ਼ਨਸ਼ਿਪ ਨੂੰ ਲੈ ਕੇ, ਕਿਉਂਕਿ ਅੱਜ ਕੱਲ ਯੂਥ ਬਹੁਤ ਜ਼ਿਆਦਾ ਇਸ ਚੀਜ਼ ਨੂੰ ਫੋਲੋ ਕਰ ਰਿਹਾ ਹੈ, ਲਿਵ ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਨੇ, ਵਿਆਹ ਤੋਂ ਪਹਿਲਾਂ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੇ ਤੇ ਅੱਗੇ ਲਾਈਫ ਸਪੈਂਡ ਕਰਨ ਦਾ ਸੋਚਦੇ ਨੇ ਕਿ ਚੰਗਾ ਹੁੰਦਾ ਹੈ ਜਾਂ ਮਾੜਾ ਹੁੰਦਾ ਹੈ। ਸੋ ਤੁਸੀਂ ਵੀ ਇਸ ਵੀਡੀਓ ਨੂੰ ਜ਼ਰੂਰ ਅਖੀਰ ਤੱਕ ਦੇਖਿਓ ਤੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਕਿ ਤੁਹਾਡੀ ਰਾਏ ਇਸ ਚੀਜ਼ ਨੂੰ ਕਿੱਦਾਂ ਹੈ, ਕੀ ਲੈ ਕੇ ਹੈ ਕਿ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਰਹਿਣਾ ਚਾਹੀਦਾ ਜਾਂ ਨਹੀਂ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਸਕਰੋਲ ਪੰਜਾਬ।